ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤੀਆਂ ਦੇ ਲਈ ਖੁਸ਼ਖਬਰੀ। ਅਮਰੀਕਾ ਨੇ ਵੱਖਰੇ ਵੀਜ਼ਾਜ਼ ਅਤੇ ਗ੍ਰੀਨ ਕਾਰਡ ਸ਼੍ਰੇਣੀਆਂ ਦੇ ਲਈ ਦਿੱਤੀ ਪ੍ਰੀਮੀਅਮ ਸਹੂਲਤ। ਕੈਨੇਡਾ ਨੂੰ ਹੋਰ ਇਮੀਗ੍ਰੈਂਟਸ ਦੀ ਲੋੜ। ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਦਾ ਬਿਆਨ। ਸਿੱਖ ਹੋਣ ਕਾਰਨ ਮੈਨੂੰ ਆਪਣੀ ਪਾਰਟੀ ਦੇ ਲੋਕ ਨਫ਼ਰਤ ਕਰਦੇ ਨੇ। ਹਰਮੀਤ ਢਿੱਲੋਂ ਦਾ ਅਮਰੀਕਾ 'ਚ ਬਿਆਨ। ਅਮਰੀਕਾ ਦੇ ਵਿੱਚ ਕਰੋਨਾ ਨਾਲ ਹੋਈਆਂ ਮੌਤਾਂ 'ਚ ਹੋਇਆ ਵਾਧਾ। ਗਲਾਸ ਵਿੱਚ ਗੋਲੀ ਦਾ ਸ਼ਿਕਾਰ ਹੋਇਆ 11 ਸਾਲਾ ਲੜਕਾ। 14 ਸਾਲਾ ਲੜਕੀ ਨੇ ਦਿੱਤਾ ਅਮਰੀਕਾ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਘਰ 'ਚ ਗੋਲੀਬਾਰੀ। 17 ਸਾਲਾ ਮਾਂ ਤੇ 6 ਮਹੀਨੇ ਦੀ ਬੱਚੀ ਸਣੇ 6 ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਵਾਈਡਨ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਬਿਨੇਕਾਰਾਂ ਦੀਆਂ ਕੁਝ ਨਾਜ਼ੁਕ ਸ਼੍ਰੇਣੀਆਂ ਤੇ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਤੱਕ ਪ੍ਰੀਮੀਅਮ ਪਹੁੰਚ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਹਨਾਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਸਿਖਲਾਈ ਦੇ ਨਾਲ ਸੰਬੰਧਿਤ ਵੀਜ਼ਾ ਵੀ ਸ਼ਾਮਲ ਨੇ। ਦਰਅਸਲ ਗ੍ਰੀਨ ਕਾਰਡ ਦੇ ਲਈ EB1 ਅਤੇ EB2 ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਦੇ ਨਾਲ ਇਹਨਾਂ ਸ਼੍ਰੇਣੀਆਂ ਨੂੰ ਪੜਾਅਵਾਰ ਢੰਗ ਦੇ ਨਾਲ ਵਧਾਇਆ ਜਾਏਗਾ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਕਿਹਾ ਕਿ ਇਹ ਪਹਿਲਾਂ ਦਾਇਰ ਕੀਤੇ ਗਏ ਸਾਰੇ ਫਾਰਮ I-140 ਪਟੀਸ਼ਨਾਂ ਤੋਂ ਇਲਾਵਾ ਹੋਏਗੀ, ਜੋ ਕਿ E30 ਮਲਟੀਨੈਸ਼ਨਲ ਐਗਜ਼ੀਕਿਊਟਿਵ ਅਤੇ ਮੈਨੇਜਰ ਵਰਗੀਕਰਨ ਦੇ ਤਹਿਤ ਦਾਇਰ ਕੀਤੀਆਂ ਗਈਆਂ ਸਨ। USCIS ਨੇ ਕਿਹਾ ਕਿ ਇਹ ਕੁਸ਼ਲਤਾ ਵਧਾਉਣ ਅਤੇ ਸਮੁੱਚੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਬੋਝ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। USCIS ਨੇ ਮਾਰਚ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਕੁਝ F1 ਵਿਦਿਆਰਥੀਆਂ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਦਾ ਵਿਸਤਾਰ ਕਰਾਂਗੇ, ਜਿਸ ਦੇ ਵਿੱਚ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਅਤੇ STEM OPT ਐਕਸਟੈਂਸ਼ਨ ਦੀ ਮੰਗ ਕਰਨ ਵਾਲੇ F1 ਵਿਦਿਆਰਥੀ ਸ਼ਾਮਲ ਨੇ, ਜਿਨ੍ਹਾਂ ਦੇ ਕੋਲ ਫਾਰਮ I-765 ਰੁਜ਼ਗਾਰ ਅਧਿਕਾਰ ਦੇ ਲਈ ਬਕਾਇਆ ਅਰਜ਼ੀਆਂ ਨੇ। ਅਪ੍ਰੈਲ ਦੇ ਵਿੱਚ ਅਸੀਂ STEM OPT ਐਕਸਟੈਂਸ਼ਨ ਦੀ ਮੰਗ ਕਰਨ ਵਾਲੇ F1 ਵਿਦਿਆਰਥੀਆਂ ਦੇ ਲਈ ਅਤੇ F1 ਵਿਦਿਆਰਥੀਆਂ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਦਾ ਵਿਸਤਾਰ ਕਰਾਂਗੇ, ਜੋ ਇੱਕ ਸ਼ੁਰੂਆਤੀ ਫਾਰਮ I-765 ਭਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ USCIS ਨੇ ਇਹ ਫੈਸਲੇ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਇਰਲੈਂਡ ਤੇ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਲਏ ਨੇ, ਜਿਸ ਦੀ ਪ੍ਰਧਾਨਗੀ ਪਿਛਲੇ ਸਾਲ ਇਸ ਦੇ ਇੱਕ ਭਾਰਤੀ ਅਮਰੀਕੀ ਮੈਂਬਰ ਅਜੇ ਜੈਨ ਭਟੂਰੀਆ ਨੇ ਕੀਤੀ ਸੀ। ਵਾਈਡਨ ਪ੍ਰਸ਼ਾਸਨ ਨੇ ਬਿਨੇਕਾਰਾਂ ਨੂੰ ਆਪਣੀਆਂ ਅਰਜ਼ੀਆਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਵਿਚਾਰ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਹੈ ਔਰ ਇਸ ਤੋਂ ਇਲਾਵਾ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ USCIS ਨੂੰ ਵਾਧੂ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ, ਸਾਰੀਆਂ ਵਰਕ ਪਰਮਿਟ ਪਟੀਸ਼ਨਾਂ ਅਤੇ ਅਸਥਾਈ ਇਮੀਗ੍ਰੇਸ਼ਨ ਸਟੇਟਸ ਐਕਸਟੈਂਸ਼ਨ ਬੇਨਤੀਆਂ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਦਾ ਵਿਸਤਾਰ ਕੀਤਾ ਜਾਏ, ਜਿਸ ਦੇ ਨਾਲ ਬਿਨੇਕਾਰਾਂ ਨੂੰ ਪੜਾਅਵਾਰ ਢੰਗ ਦੇ ਨਾਲ 45 ਦਿਨਾਂ ਦੇ ਅੰਦਰ ਆਪਣੇ ਕੇਸਾਂ ਦਾ ਨਿਪਟਾਰਾ ਕਰਨ ਦੀ ਆਗਿਆ ਦਿੱਤੀ ਜਾਏ। ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ ਦੇ ਵੱਲੋਂ ਆਪਣੀ ਇਮੀਗ੍ਰੇਸ਼ਨ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਤੋਂ ਕਈ ਨੀਤੀ ਮਾਹਿਰ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਇਸ ਦੇ ਨਾਲ ਹੈਲਥ ਕੇਅਰ, ਹਾਊਸਿੰਗ ਤੇ ਲੇਬਰ ਮਾਰਕੀਟ ਉੱਤੇ ਕੀ ਅਸਰ ਪਏਗਾ। ਪਰ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਲੇਬਰ ਦੀ ਘਾਟ ਨੂੰ ਪੂਰਾ ਕਰਨ ਤੇ ਜਨਸੰਖਿਆ ਸੰਬੰਧੀ ਤਬਦੀਲੀਆਂ, ਜਿਹੜੀਆਂ ਦੇਸ਼ ਦੇ ਭਵਿੱਖ ਦੇ ਲਈ ਚੁਣੌਤੀ ਬਣੀਆਂ ਹੋਈਆਂ ਹਨ, ਲਈ ਵਧੇਰੇ ਨਿਊ ਕਮਰਸ ਦੀ ਲੋੜ ਹੈ। ਇੱਕ ਇੰਟਰਵਿਊ ਦੇ ਵਿੱਚ ਫਰੇਜ਼ਰ ਨੇ ਆਖਿਆ ਸੀਗਾ ਕਿ ਸਾਨੂੰ ਹੋਰ ਇਮੀਗ੍ਰੈਂਟਸ ਨੂੰ ਸੱਦਣਾ ਹੀ ਹੋਏਗਾ, ਨਹੀਂ ਤਾਂ ਉਮਰ ਦਰਾਜ਼ ਹੋ ਰਹੀ ਸਾਡੀ ਆਬਾਦੀ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਡਾ ਨੁਕਸਾਨ ਸਹਿਣਾ ਹੋਏਗਾ। ਨਵੰਬਰ ਦੇ ਵਿੱਚ ਫੈਡਰਲ ਲਿਬਰਲ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਪਲਾਨ ਦਾ ਐਲਾਨ ਕੀਤਾ ਸੀ, ਜਿਸ ਤਹਿਤ 2025 ਤੱਕ ਕੈਨੇਡਾ ਨੂੰ 5 ਲੱਖ ਇਮੀਗ੍ਰੈਂਟਸ ਹਰ ਸਾਲ ਸੱਦਣ ਦਾ ਟੀਚਾ ਮਿੱਥਿਆ ਗਿਆ। ਜ਼ਿਕਰਯੋਗ ਹੈ ਕਿ 2022 ਦੇ ਵਿੱਚ 4,31,645 ਲੋਕ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟਸ ਬਣੇ ਨੇ। ਸਰਕਾਰ ਦੇ ਇਸ ਸੋਚ ਬਾਰੇ ਕੁਝ ਅੰਕੜੇ ਵੀ ਜ਼ਿੰਮੇਵਾਰ ਨੇ। ਸਟੈਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਦੀ ਜਨਮ ਦਰ 2020 ਦੇ ਵਿੱਚ ਪ੍ਰਤੀ ਮਹਿਲਾ 1.4 ਬੱਚਿਆਂ ਤੱਕ ਪਹੁੰਚ ਗਈ। ਇਹ ਇਮੀਗ੍ਰੇਸ਼ਨ ਤੋਂ ਬਿਨਾਂ ਆਬਾਦੀ ਨੂੰ ਮੇਨਟੇਨ ਕਰਨ ਦੇ ਲਈ ਲੋੜੀਂਦੀ 2.1 ਦੀ ਦਰ ਤੋਂ ਵੀ ਹੇਠਾਂ ਹੈ। ਪਰ ਮਾਹਿਰਾਂ ਦੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇ ਇੰਨੇ ਇਮੀਗ੍ਰੈਂਟਸ ਆਉਂਦੇ ਨੇ ਤਾਂ ਉਸ ਦੇ ਨਾਲ ਰਹਿਣ ਦੇ ਲਈ ਘਰ, ਹੈਲਥ ਕੇਅਰ ਆਦਿ ਦਾ ਕੀ ਬਣੇਗਾ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਲਈ ਇਹ ਤਰਕ ਸਪਸ਼ਟ ਹੈ। ਕੈਨੇਡਾ ਦੇ ਵਿੱਚ ਜਨਮ ਦਰ ਘਟ ਰਹੀ ਹੈ। ਸਟੈਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਦੀ ਜਨਮ ਦਰ 2020 ਦੇ ਵਿੱਚ ਔਸਤਨ 1.4 ਬੱਚੇ ਪ੍ਰਤੀ ਔਰਤ ਦੇ ਰਿਕਾਰਡ ਹੇਠਲੇ ਪੱਧਰ ਤੇ ਆ ਗਈ ਹੈ। ਇਹ ਇਮੀਗ੍ਰੇਸ਼ਨ ਤੋਂ ਬਿਨਾਂ ਆਬਾਦੀ ਨੂੰ ਬਣਾਈ ਰੱਖਣ ਦੇ ਲਈ ਲੋੜੀਂਦੀ 2.1 ਦਰ ਤੋਂ ਬਹੁਤ ਘੱਟ ਹੈ।
ਇਹ ਦੂਸਰਿਆਂ ਨੂੰ ਇਸ ਗੱਲ ਦੀ ਚਿੰਤਾ ਕਰਨ ਤੋਂ ਨਹੀਂ ਰੋਕਦਾ ਕਿ ਕਿਵੇਂ ਹੋਰ ਨਵੇਂ ਆਉਣ ਵਾਲੇ ਹੋਰ ਸਦੀਵੀ ਮੁੱਦਿਆਂ ਜਿਵੇਂ ਕਿ ਰਿਹਾਇਸ਼ ਦੀ ਸਮਰੱਥਾ ਅਤੇ ਸਿਹਤ ਦੇਖਭਾਲ ਤੇ ਦਬਾਅ ਪਾ ਸਕਦੇ ਨੇ। ਇੱਥੇ ਕੋਈ ਮੁਲਾਂਕਣ ਨਹੀਂ ਹੈ ਜੋ ਮੈਂ ਰਿਹਾਇਸ਼ ਦੀ ਸਮਰੱਥਾ ਤੇ ਉਪਲਬਧਤਾ ਤੇ ਇਹਨਾਂ ਟੀਚਿਆਂ ਦੇ ਪ੍ਰਭਾਵ ਨੂੰ ਦੇਖਿਆ। ਸਿਹਤ ਦੇਖ ਰੇਖ ਤੇ ਵਾਧੂ ਦਬਾਅ ਦੇ ਰੂਪ ਵਿੱਚ ਇਹਨਾਂ ਟੀਚਿਆਂ ਦਾ ਕੋਈ ਮੁਲਾਂਕਣ ਨਹੀਂ ਕੀਤਾ ਗਿਆ। ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਵੁਮੈਨ ਲਈ ਚੋਣ ਲੜ ਰਹੀ ਉੱਘੀ ਭਾਰਤੀ ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਸਿੱਖ ਧਰਮ ਕਾਰਨ ਆਪਣੀ ਹੀ ਪਾਰਟੀ ਦੇ ਸਾਥੀ ਆਗੂਆਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਇਸ ਸਭ ਦੇ ਬਾਵਜੂਦ ਪਿੱਛੇ ਨਹੀਂ ਹਟਣਗੇ ਤੇ ਸਿਖਰਲੇ ਸਥਾਨ ਦੀ ਦੌੜ ਦੇ ਵਿੱਚ ਬਰਕਰਾਰ ਰਹਿਣਗੇ। 54 ਸਾਲਾ ਢਿੱਲੋਂ ਸਾਬਕਾ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਕੋ-ਚੇਅਰ ਨੇ ਔਰ ਇਸ ਵਾਰ ਉਹ ਮੁਖੀ ਦੇ ਅਹੁਦੇ ਦੇ ਲਈ ਸ਼ਕਤੀਸ਼ਾਲੀ ਰੋਨਾ ਮੈਕਡੈਨੀਅਲ ਦੇ ਨਾਲ ਮੁਕਾਬਲਾ ਕਰ ਰਹੇ ਨੇ। ਚਾਈਨਾ ਦੇ ਵਿੱਚ ਦੁਬਾਰਾ ਫਿਰ ਦਹਿਸ਼ਤ ਫੈਲਾਉਣ ਵਾਲੀ ਮਹਾਮਾਰੀ ਕਰੋਨਾ ਕਾਰਨ ਅਮਰੀਕਾ ਵਿੱਚ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਨੇ। ਖਬਰ ਆਈ ਹੈ ਕਿ ਅਮਰੀਕਾ ਦੇ ਵਿੱਚ ਮਹਾਮਾਰੀ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਤੇਜ਼ੀ ਦੇ ਨਾਲ ਵਧ ਰਿਹਾ। ਇਸ ਕਾਰਨ ਸਿਹਤ ਮਾਹਿਰ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ। ਅਮਰੀਕਾ 'ਚ ਫਿਰ ਤੋਂ ਇੱਕ ਬੱਚਾ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਡਲਾਸ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੀ ਪਾਰਕਿੰਗ ਦੇ ਵਿੱਚ 11 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦਈਏ ਕਿ 14 ਸਾਲਾ ਨਾਬਾਲਗ ਲੜਕੀ ਨੇ ਦੂਜੇ ਬੱਚੇ ਦੇ ਨਾਲ ਬਹਿਸ ਦੇ ਦੌਰਾਨ ਗੋਲੀ ਚਲਾ ਦਿੱਤੀ ਸੀ। ਪੁਲਿਸ ਦੇ ਮੁਤਾਬਕ 14 ਸਾਲਾ ਲੜਕੀ ਨੇ ਜਿਸ ਲੜਕੀ ਦੇ ਨਾਲ ਲੜ ਰਹੀ ਸੀ ਉਸ ਵੱਲ ਗੋਲੀ ਚਲਾਈ, ਪਰ ਗੋਲੀ 11 ਸਾਲ ਦੇ ਇੱਕ ਤਮਾਸ਼ਬੀਨ ਨੂੰ ਲੱਗ ਗਈ। ਦੱਸ ਦਈਏ ਕਿ ਘਟਨਾ 15 ਜਨਵਰੀ ਦੀ ਦੁਪਹਿਰ ਦੀ ਹੈ। ਪੁਲਿਸ ਸਾਰਜੈਂਟ ਵਾਰਨ ਨੇ ਕਿਹਾ ਕਿ ਘਟਨਾ ਵਿੱਚ ਸ਼ਾਮਲ ਸਾਰੇ ਲੋਕ ਕਿਸ਼ੋਰ ਸਨ ਅਤੇ ਇਹ ਇੱਕ ਭਿਆਨਕ ਘਟਨਾ ਸੀ। 11 ਸਾਲਾ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ 14 ਸਾਲਾ ਲੜਕੀ ਵਾਰਦਾਤ ਵਾਲੀ ਥਾਂ ਤੋਂ ਭੱਜ ਗਈ, ਪਰ ਬਾਅਦ ਦੇ ਵਿੱਚ ਉਸ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਦੇ ਮੁਤਾਬਕ 14 ਸਾਲਾ ਲੜਕੀ ਨੂੰ ਬਾਲ ਨਿਆਂ ਕੇਂਦਰ ਤੇ ਰੱਖਿਆ ਗਿਆ ਹੈ ਅਤੇ ਉਸ ਤੇ ਹੱਤਿਆ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਪੁਲਿਸ ਨੇ ਹਥਿਆਰ ਬਰਾਮਦ ਕਰ ਲਏ ਨੇ ਜਿਸ ਦੀ ਜਾਂਚ ਜਾਰੀ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਇੱਕ ਘਰ ਵਿੱਚ ਸੋਮਵਾਰ ਤੜਕੇ ਗੋਲੀਬਾਰੀ ਦੀ ਘਟਨਾ ਦੇ ਵਿੱਚ 6 ਲੋਕਾਂ ਦੀ ਮੌਤ ਹੋਈ ਹੈ। ਸ਼eriff ਦਫ਼ਤਰ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਵਿੱਚ 17 ਸਾਲਾ ਮਾਂ ਅਤੇ ਉਸ ਦਾ 6 ਮਹੀਨੇ ਦਾ ਬੱਚਾ ਵੀ ਸ਼ਾਮਲ ਦੱਸਿਆ ਹੈ। ਉਹਨਾਂ ਨੇ ਦੱਸਿਆ ਕਿ ਅਧਿਕਾਰੀ ਘੱਟ ਤੋਂ ਘੱਟ 2 ਸ਼ੱਕੀਆਂ ਦੀ ਭਾਲ ਕਰ ਰਹੇ ਨੇ। ਉਹਨਾਂ ਨੇ ਕਾਉਂਟੀ ਸ਼eriff ਦਫ਼ਤਰ ਨੇ ਦੱਸਿਆ ਕਿ ਸੋਮਵਾਰ ਤੜਕੇ 3:30 ਵਜੇ ਪੂਰਬੀ ਵਿਸਾਲੀਆ ਦੇ ਇੱਕ ਘਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ। ਸ਼eriff ਮਾਈਕ ਬਾਉਡਰਿਕਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਚਨਾ ਸੀ ਕਿ ਇੱਕ ਸ਼ੂਟਰ ਇਲਾਕੇ 'ਚ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ। ਗੋਲੀਬਾਰੀ ਦਾ ਅਗਲਾ ਮਾਮਲਾ ਫਲੋਰੀਡਾ ਦਾ ਹੈ। ਫੋਰਟ ਪੀਅਰਸ ਦੇ ਵਿੱਚ ਮਾਰਟਿਨ ਲੂਥਰ ਕਿੰਗ ਦਿਵਸ ਦੇ ਜਸ਼ਨ 'ਚ ਗੋਲੀਬਾਰੀ ਹੋਈ। ਇਸ ਗੋਲੀਬਾਰੀ 'ਚ 8 ਲੋਕ ਜ਼ਖਮੀ ਹੋਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਪ੍ਰੋਗਰਾਮ ਫੋਰਟ ਪੀਅਰਸ ਦੇ ਇਲਸ ਐਲਿਸ ਪਾਰਕ 'ਚ ਆਯੋਜਿਤ ਕੀਤਾ ਜਾ ਰਿਹਾ। ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। ਪ੍ਰੋਗਰਾਮ 'ਚ ਲਾਈਵ ਸੰਗੀਤ, ਬੱਚਿਆਂ ਦੇ ਲਈ ਵੱਖ-ਵੱਖ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਦੌਰਾਨ ਗੋਲੀਬਾਰੀ ਹੋਈ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ ਤੇ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਦੀ ਅਜੇ ਉਡੀਕ ਹੈ। ਅਮਰੀਕਾ 'ਚ ਇਨੀ ਦਿਨੀ ਕੁਦਰਤੀ ਆਫਤਾਂ ਦੇ ਕਾਰਨ ਤਬਾਹੀ ਦਾ ਦੌਰ ਚੱਲ ਰਿਹਾ। ਬਰਫੀਲੇ ਤੂਫਾਨ ਤੋਂ ਬਾਅਦ ਆਏ ਹੜ੍ਹ ਅਤੇ ਬਾਰਿਸ਼ ਨੇ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ 70,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਤੂਫਾਨ ਅਤੇ ਹੜ੍ਹਾਂ ਦੀ ਲਪੇਟ ਵਿੱਚ ਹੁਣ ਤੱਕ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਨੇ। ਅਮਰੀਕਾ ਵਿੱਚ ਚੱਲ ਰਹੀ ਤਬਾਹੀ ਦਾ ਅਸਰ ਕੈਲੀਫੋਰਨੀਆ ਤੱਕ ਦਿਖਾਈ ਦੇ ਰਿਹਾ। ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਨੂੰ ਆਫਤ ਐਲਾਨ ਦਿੱਤਾ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਵਿਗੜਨ ਦੀ ਭਵਿੱਖਬਾਣੀ ਕੀਤੀ ਹੈ। ਤੂਫਾਨ ਕਾਰਨ ਸੜਕਾਂ ਵੀ ਟੁੱਟ ਗਈਆਂ ਨੇ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਨੇ ਕਿਹਾ ਕਿ ਪਿਛਲੇ 15 ਦਿਨਾਂ ਦੇ ਅੰਦਰ ਕੈਲੀਫੋਰਨੀਆ ਦੇ ਵਿੱਚ 22 ਤੋਂ 25 ਟ੍ਰਿਲੀਅਨ ਗੈਲਨ ਮੀਂਹ ਪਿਆ। ਇਸ ਕਾਰਨ ਸੂਬੇ ਦਾ 80% ਹਿੱਸਾ ਪਾਣੀ ਵਿੱਚ ਡੁੱਬ ਗਿਆ। ਘਰਾਂ 'ਚ ਬਿਜਲੀ, ਸਾਫ਼ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕਈ ਥਾਵਾਂ ਤੇ ਸੜਕਾਂ ਤੇ ਪੁਲ ਵੀ ਟੁੱਟ ਗਏ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾ ਰਿਹਾ। ਹੁਣ ਤੱਕ 70,000 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹੋਰ 75,000 ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਣ ਦੇ ਲਈ ਕਹਿ ਦਿੱਤਾ ਗਿਆ। ਦੱਸਦੇ ਕਿ ਭਾਰੀ ਮੀਂਹ ਕਾਰਨ ਕੈਲੀਫੋਰਨੀਆ ਦੇ ਕਈ ਹਾਈਵੇ, ਸੜਕਾਂ ਤੇ ਪੁਲ ਪਾਣੀ ਵਿੱਚ ਬਹਿ ਗਏ ਨੇ। ਇੱਕ ਮਹੀਨੇ ਦੇ ਵਿੱਚ 8ਵਾਂ ਤੂਫਾਨ ਹੈ ਔਰ ਪਿਛਲੇ ਇੱਕ ਮਹੀਨੇ ਦੇ ਅੰਦਰ ਕੈਲੀਫੋਰਨੀਆ ਸ਼ਹਿਰ ਵਿੱਚ 8 ਤੂਫਾਨ ਆ ਚੁੱਕੇ ਨੇ। ਪਰ ਹੁਣ ਆਏ ਇਸ ਤੂਫਾਨ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਦੱਸਿਆ ਜਾ ਰਿਹਾ। ਇਸ ਤੋਂ ਪਹਿਲਾਂ 1861 ਦੇ ਵਿੱਚ ਕੈਲੀਫੋਰਨੀਆ 'ਚ ਜ਼ਬਰਦਸਤ ਹੜ੍ਹ ਆਇਆ ਸੀ। ਉਸ ਸਮੇਂ ਦੌਰਾਨ 43 ਦਿਨਾਂ ਦੇ ਵਿੱਚ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਇੰਡੀਆਨਾ ਯੂਨੀਵਰਸਿਟੀ ਦੇ ਵਿੱਚ ਏਸ਼ੀਅਨ ਵਿਦਿਆਰਥੀਆਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਨਿਊਯਾਰਕ ਪੋਸਟ ਦੇ ਮੁਤਾਬਕ ਇੱਕ ਅਮਰੀਕੀ ਔਰਤ ਨੇ 18 ਸਾਲਾ ਵਿਦਿਆਰਥੀ ਦੇ ਸਿਰ ਵਿੱਚ ਚਾਕੂ ਨਾਲ ਹਮਲਾ ਕਰ ਦਿੱਤਾ। 56 ਸਾਲਾ ਬਿਲੀ ਡੇਵਿਸ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਨਸਲ ਕਾਰਨ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ। WRTB ਵੱਲੋਂ ਹਾਸਲ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਔਰਤ ਨੇ ਪੁਲਿਸ ਨੂੰ ਦੱਸਿਆ ਕਿ 18 ਸਾਲਾ ਵਿਦਿਆਰਥੀ ਸਾਡੇ ਦੇਸ਼ ਨੂੰ ਉਡਾਉਣ ਵਾਲਿਆਂ ਚੋਂ ਇੱਕ ਘੱਟ ਹੋਏਗਾ। ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੀੜਤਾ ਇੱਕ ਬਲੂਮਿੰਗਟਨ ਟ੍ਰਾਂਜ਼ਿਟ ਬੱਸ ਵਿੱਚ ਖੜੀ ਦਰਵਾਜ਼ਾ ਖੋਲ੍ਹਣ ਦੀ ਉਡੀਕ ਕਰ ਰਹੀ ਸੀ ਜਦੋਂ ਇੱਕ ਹੋਰ ਯਾਤਰੀ ਨੇ ਉਸਦੇ ਸਿਰ ਤੇ ਮਾਰਨਾ ਸ਼ੁਰੂ ਕਰ ਦਿੱਤਾ। ਹਮਲੇ ਤੋਂ ਪਹਿਲਾਂ ਦੋਵਾਂ ਔਰਤਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਸੀ। ਵੀਰਵਾਰ ਨੂੰ ਪੁਲਿਸ ਨੇ ਦੋਸ਼ੀ ਤੋਂ ਮੁੜ ਪੁੱਛਗਿੱਛ ਕੀਤੀ। ਦੋਸ਼ੀ ਔਰਤ ਨੇ ਨਸਲੀ ਹਮਲੇ 'ਚ ਚਾਕੂ ਦੀ ਵਰਤੋਂ ਕਰਨ ਦੀ ਗੱਲ ਕਬੂਲੀ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਸ ਤੇ ਨਫ਼ਰਤੀ ਅਪਰਾਧ ਦਾ ਵੀ ਦੋਸ਼ ਲਗਾਇਆ ਜਾਏਗਾ। ਪੁਲਿਸ ਨੇ ਕਿਹਾ ਕਿ ਇਹ ਹਮਲਾ ਪੂਰੀ ਤਰ੍ਹਾਂ ਬਗੈਰ ਭੜਕਾਹਟ ਤੇ ਸੀ। ਪੁਲਿਸ ਦਾ ਦੋਸ਼ ਹੈ ਕਿ ਜਦੋਂ ਵਿਦਿਆਰਥੀ ਦਰਵਾਜ਼ਾ ਖੋਲ੍ਹਣ ਦੀ ਉਡੀਕ ਕਰ ਰਿਹਾ ਸੀ ਤਾਂ ਡੇਵਿਸ ਨੇ ਅਚਾਨਕ ਹਮਲਾ ਕੀਤਾ। ਇੱਕ ਗਵਾਹ ਨੇ ਡੇਵਿਸ ਦਾ ਪਿੱਛਾ ਕੀਤਾ। ਇੰਡੀਆਨਾ ਯੂਨੀਵਰਸਿਟੀ ਦੇ ਵਿਭਿੰਨਤਾ, ਇਕੁਇਟੀ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਉਪ ਪ੍ਰਧਾਨ ਜੇਮਸ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਹਫ਼ਤੇ ਬਲੂਮਿੰਗਟਨ ਨੂੰ ਦੁਖੀ ਤੌਰ ਤੇ ਯਾਦ ਦਿਵਾਇਆ ਗਿਆ ਕਿ ਏਸ਼ੀਅਨ ਵਿਰੋਧੀ ਨਫ਼ਰਤ ਅਸਲ ਹੈ ਅਤੇ ਸਾਡੇ ਵਿਅਕਤੀ ਅਤੇ ਸਾਡੇ ਭਾਈਚਾਰੇ ਤੇ ਦਰਦਨਾਕ ਪ੍ਰਭਾਵ ਪੈ ਸਕਦਾ ਹੈ। ਕਿਸੇ ਵੀ ਉਹਨਾਂ ਦੇ ਪਿਛੋਕੜ, ਨਸਲੀ ਜਾਂ ਵਿਰਾਸਤ ਦੇ ਕਾਰਨ ਪਰੇਸ਼ਾਨੀ ਜਾਂ ਹਿੰਸਾ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਬਲੂਮਿੰਗਟਨ ਅਤੇ IU ਭਾਈਚਾਰਾ ਸਾਡੇ ਕੈਂਪਸ ਅਤੇ ਭਾਈਚਾਰਕ ਸੱਭਿਆਚਾਰ ਨੂੰ ਬਣਾਉਣ ਵਾਲੇ ਪਛਾਣਾਂ ਅਤੇ ਦ੍ਰਿਸ਼ਟੀਕੋਣਾਂ ਦੀ ਵਿਸ਼ਾਲ ਵਿਭਿੰਨਤਾ ਦੇ ਕਾਰਨ ਮਜ਼ਬੂਤ ਨੇ। ਸਰਕਾਰ ਨੇ RTI ਦੇ ਜਵਾਬ ਦੇ ਵਿੱਚ ਮੰਨਿਆ ਹੈ ਕਿ ਕਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪਈਆਂ। ਅਜਿਹਾ ਕੇਵਲ ਇੱਕ ਜਾਂ ਦੋ ਕੰਪਨੀਆਂ ਦੀ ਵੈਕਸੀਨ ਨਾਲ ਨਹੀਂ ਸੀ, ਸਗੋਂ ਹਰ ਕੰਪਨੀ ਦੀ ਵੈਕਸੀਨ ਦੇ ਨਾਲ ਲੋਕਾਂ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਸਾਫ਼ ਹੋ ਗਿਆ ਹੈ ਕਿ ਕਰੋਨਾ ਵੈਕਸੀਨ ਦੇ ਕਈ ਸਾਈਡ ਇਫੈਕਟਸ ਨੇ, ਪਰ ਇਹ ਇੱਕ ਸਿਹਤਮੰਦ ਵਿਅਕਤੀ ਦੇ ਲਈ ਜਾਨਲੇਵਾ ਨਹੀਂ ਹੈ। ਪੁਣੇ ਦੇ ਇੱਕ ਵਪਾਰੀ ਪ੍ਰਫੁੱਲ ਸਾਰਦਾ ਨੇ RTI ਦਾਇਰ ਕੀਤੀ ਸੀ। ਉਸਨੇ RTI ਰਾਹੀਂ ਪੁੱਛਿਆ ਸੀਗਾ ਕਿ ਕਰੋਨਾ ਵੈਕਸੀਨ ਦੇ ਕੀ ਮਾੜੇ ਪ੍ਰਭਾਵ ਹੁੰਦੇ ਨੇ, ਕਿਸ ਕੰਪਨੀ ਦੀ ਵੈਕਸੀਨ ਦੇ ਵਿੱਚ ਕੀ ਮਾੜੇ ਪ੍ਰਭਾਵ ਨੇ, ਜਿਸ ਦਾ ਜਵਾਬ ਸਰਕਾਰ ਦੇ ਚੋਟੀ ਦੀਆਂ ਸੰਸਥਾਵਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਅਤੇ ਸੈਂਟਰਲ ਡਰੱਗ ਸੈਂਟਰਸ ਕੰਟਰੋਲ ਆਰਗੇਨਾਈਜੇਸ਼ਨ ਨੇ ਦਿੱਤਾ ਹੈ। ਇਸ ਦੇ ਅਨੁਸਾਰ ਕੋਵੈਕਸਿਨ ਦੇ ਸਾਈਡ ਇਫੈਕਟਸ ਦੇ ਵਿੱਚ ਪਸੀਨਾ ਆਉਣਾ, ਖਾਂਸੀ, ਜ਼ੁਕਾਮ, ਉਲਟੀਆਂ, ਦਸਤ ਅਤੇ ਸਿਰ ਦਰਦ ਦੀ ਸ਼ਿਕਾਇਤ ਸ਼ਾਮਲ ਹੈ। ਦੂਜੇ ਪਾਸੇ ਕੋਵਿਸ਼ੀਲਡ ਨਾਲ ਅੱਖਾਂ 'ਚ ਦਰਦ, ਸਿਰ ਦਰਦ, ਉਲਟੀਆਂ, ਕਮਜ਼ੋਰੀ, ਸਰੀਰ 'ਚ ਦਰਦ ਰਹਿਣਾ, ਸੋਜ, ਸਰੀਰ ਤੇ ਲਾਲ ਧੱਬੇ ਹੋ ਸਕਦੇ ਨੇ। ਇਸੇ ਤਰ੍ਹਾਂ ਕੋਵੈਕਸ ਦੇ ਨਾਲ ਖੁਰਕ, ਥਕਾਵਟ, ਪਿੱਠ ਦਰਦ, ਮਾਸਪੇਸ਼ੀਆਂ 'ਚ ਦਰਦ ਆਦਿ ਹੋਣ ਦੀ ਸਮੱਸਿਆ ਉਹਨਾਂ ਦੇ ਹਿਸਾਬ ਦੇ ਨਾਲ ਹੋ ਸਕਦੀ ਹੈ। ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਭਾਰਤ ਪੁੱਜਾ। ਇਹ ਜਥਾ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 9 ਫੈਬਰੂਅਰੀ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਪਾਕਿਸਤਾਨ ਪਰਤ ਜਾਏਗਾ। 44 ਦੇ ਕਰੀਬ ਸ਼ਰਧਾਲੂਆਂ ਦਾ ਇਹ ਜਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਭਾਰਤ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਇਆ। ਇਹ ਜਥਾ ਪੰਜਾਬ ਅਤੇ ਦਿੱਲੀ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰੇਗਾ, ਜਿਸ ਦੀ ਅਗਵਾਈ ਪਾਕਿਸਤਾਨ ਦੇ ਸ਼ੇਖੂਪੁਰਾ ਨਨਕਾਣਾ ਸਾਹਿਬ ਤੋਂ ਹਰਭਜਨ ਸਿੰਘ ਕਰ ਰਹੇ ਨੇ। ਇਹ ਜਥਾ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏਗਾ ਤੇ ਫਿਰ ਦਿੱਲੀ ਦੇ ਲਈ ਰਵਾਨਾ ਹੋਏਗਾ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਜਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਵੀਜ਼ਾ ਪ੍ਰਣਾਲੀ ਸਰਲ ਕੀਤੀ ਜਾਏ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਆਸਾਨੀ ਦੇ ਨਾਲ ਆ ਜਾ ਸਕਣ। ਉਹਨਾਂ ਨੇ ਕਿਹਾ ਕਿ ਮਨ ਨੂੰ ਬਹੁਤ ਖੁਸ਼ੀ ਹੋਈ, ਭਾਰਤ ਆ ਕੇ ਇੱਥੋਂ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ, ਸਾਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਕੁਝ ਸ਼ਰਧਾਲੂ ਅਜਿਹੇ ਨੇ ਜੋ ਭਾਰਤ ਦੇ ਵਿੱਚ ਪਹਿਲੀ ਵਾਰ ਆਏ ਨੇ, ਜਿਨ੍ਹਾਂ ਚੋਂ ਕੁਝ ਸਟੂਡੈਂਟਸ ਵੀ ਨੇ। ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੇ ਹੀਰਾ ਸਿੰਘ ਦੇ ਰਹਿਣ ਵਾਲੇ 29 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਦੀ ਕੱਲ ਕੈਨੇਡਾ ਦੇ ਵਿੱਚ ਮੌਤ ਹੋ ਗਈ ਸੀ। ਅਮਰਪ੍ਰੀਤ 1 ਮਹੀਨਾ ਪਹਿਲਾਂ ਹੀ ਕੈਨੇਡਾ ਗਏ ਸੀ। ਪਰਿਵਾਰ ਨੇ ਹੁਣ ਦੱਸਿਆ ਹੈ ਕਿ ਉਹਨਾਂ ਦੇ ਮੂੰਹ 'ਚੋਂ ਖੂਨ ਵਗਣ ਕਾਰਨ ਉਹਨਾਂ ਦੀ ਮੌਤ ਹੋਈ ਹੈ। ਪਰਿਵਾਰ ਦਾ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਅਮਰਪ੍ਰੀਤ ਸਿੰਘ 1 ਮਹੀਨਾ ਪਹਿਲਾਂ ਹੀ ਕੈਨੇਡਾ ਗਏ ਸੀ ਅਤੇ ਆਪਣੀ ਪਤਨੀ ਦੇ ਨਾਲ ਕੈਨੇਡਾ ਪਹੁੰਚੇ ਸਨ। ਅਮਰਪ੍ਰੀਤ ਸਿੰਘ ਨੇ ਕੈਨੇਡਾ ਜਾ ਕੇ ਵੀ ਕਬੱਡੀ ਖੇਡਣੀ ਸੀ। ਅਮਰਪ੍ਰੀਤ ਉੱਚ ਦਰਜੇ ਦੇ ਖਿਡਾਰੀ ਸਨ ਔਰ ਅਮਰਪ੍ਰੀਤ ਦੇ ਪਿਤਾ ਫੌਜ ਵਿੱਚ ਸਨ ਅਤੇ ਅਮਰਪ੍ਰੀਤ ਦੇ ਛੋਟੇ ਭਰਾ ਵੀ ਫੌਜ ਵਿੱਚ ਹੀ ਨੇ। ਉਹਨਾਂ ਦੇ 2 ਭਰਾ ਨੇ ਅਤੇ ਅਮਰਪ੍ਰੀਤ ਸਭ ਤੋਂ ਵੱਡੇ ਭਰਾ ਸਨ। ਜਦੋਂ ਕਿ ਉਹਨਾਂ ਦੀ ਮੌਤ ਦੀ ਖਬਰ ਆਈ ਹੈ ਤਾਂ ਪਰਿਵਾਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਇਹ ਇੱਕ ਚੰਗੇ ਕਬੱਡੀ ਖਿਡਾਰੀ ਸਨ ਅਤੇ ਭਾਰਤ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਕਬੱਡੀ ਖੇਡਦੇ ਰਹੇ ਨੇ। ਉਹਨਾਂ ਦੀ ਪਤਨੀ ਕੈਨੇਡਾ ਦੇ ਵਿੱਚ ਹੀ ਸੀ ਅਤੇ 1 ਸਾਲ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ।
ontario ਦੇ 28ਵੇਂ ਲੈਫਟੀਨੈਂਟ ਗਵਰਨਰ ਡੇਵਿਡ ਓਨਲੇ ਨਹੀਂ ਰਹੇ। 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਮੌਜੂਦਾ ਲੈਫਟੀਨੈਂਟ ਗਵਰਨਰ ਐਲਿਜ਼ਾਬੈਥ ਡਾਊਥਵੈਲ ਨੇ ਇੱਕ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਓਨਲੇ ਨੇ ontario ਦੇ ਲੈਫਟੀਨੈਂਟ ਗਵਰਨਰ ਦੀ ਭੂਮਿਕਾ ਬਖੂਬੀ ਨਿਭਾਈ। ਉਹ ਬਹੁਤ ਹੀ ਨੇਕ ਤੇ ਚੰਗੇ ਇਨਸਾਨ ਸਨ। ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਰੁਖ ਕਰਦੇ ਨੇ, ਜਿੱਥੇ ਜਾ ਕੇ ਉਹਨਾਂ ਦੇ ਵੱਲ ਹੱਡ ਤੋੜਵੀਂ ਮਿਹਨਤ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਉੱਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਬਹੁਤ ਦੁਖਦਾਈ ਨੇ। ਹੁਣ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ 17 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ ਆਪਣੇ ਘਰ ਜਾ ਰਿਹਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੇ ਦੇ ਵਿੱਚ ਫਰੇਜ਼ਰ ਹਾਈਵੇ ਤੇ ਇਹ ਹਾਦਸਾ ਵਾਪਰਿਆ। 7 ਜਨਵਰੀ ਨੂੰ ਹੋਇਆ ਹਾਦਸਾ ਇੰਨਾ ਭਿਆਨਕ ਸੀਗਾ ਕਿ ਕਾਰ ਦੇ ਪਰਖੱਚੇ ਉੱਠ ਗਏ। ਨੌਜਵਾਨ ਦੀ ਮਾਂ ਸਰਬਜੀਤ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸਨੇ ਆਪਣੇ ਬੇਟੇ ਦੇ ਨਾਲ ਗੱਲ ਕੀਤੀ ਸੀ। ਇਸ ਤੋਂ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਜੰਪਲ 21 ਸਾਲਾ ਨੌਜਵਾਨ ਕੁਨਾਲ ਚੋਪੜਾ ਦੀ ਆਸਟ੍ਰੇਲੀਆ ਦੇ ਕੈਨਬਰਾ 'ਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਕੁਨਾਲ ਫਿਰੋਜ਼ਪੁਰ ਸ਼ਹਿਰ ਦੇ ਸਾਧੂ ਚੰਦ ਚੌਕ ਦਾ ਰਹਿਣ ਵਾਲਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਸੋਮਵਾਰ ਨੂੰ ਯੂਕਰੇਨ ਦੇ ਡਨੀਪ੍ਰੋ ਸ਼ਹਿਰ ਵਿੱਚ ਇੱਕ ਵੱਡੀ ਰਿਹਾਇਸ਼ ਇਮਾਰਤ ਉੱਤੇ ਹਮਲੇ ਦੀ ਸਖਤ ਨਿੰਦਾ ਕੀਤੀ, ਜਿਸ ਵਿੱਚ ਘੱਟੋ-ਘੱਟ 40 ਨਾਗਰਿਕ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਮੁਖੀ ਦੀ ਸਹਿਯੋਗੀ ਬੁਲਾਰਾ ਸਟੈਫਨੀ ਨੇ ਨਿਊਯਾਰਕ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾ ਯੁੱਧ ਦੇ ਨਿਯਮਾਂ ਦੀ ਉਲੰਘਣਾ ਦੀ ਇੱਕ ਹੋਰ ਉਦਾਹਰਣ ਹੈ। ਨੇਪਾਲ ਦੇ ਵਿੱਚ ਐਤਵਾਰ ਸਵੇਰੇ ਜਹਾਜ਼ ਹਾਦਸਾ ਹੋਇਆ। ਯਾਤਰੀਆਂ ਤੇ ਚਾਲਕ ਦਲ ਦੇ 4 ਮੈਂਬਰਾਂ ਨੂੰ ਲੈ ਕੇ ਜਾ ਰਿਹਾ ਏਅਰਲਾਈਨ ਦਾ ਜਹਾਜ਼ ਯਤੀ ਏਅਰਲਾਈਨ ਦਾ ਜਹਾਜ਼ ਲੈਂਡਿੰਗ ਤੋਂ ਪਹਿਲਾਂ ਪੋਖਰਾ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋਇਆ। ਇਸ ਜਹਾਜ਼ ਦੀ ਕੋ-ਪਾਇਲਟ ਅੰਜੂ ਖਾਤੀਵਾੜਾ ਸੀ। ਕੋ-ਪਾਇਲਟ ਵਜੋਂ ਉਹਨਾਂ ਦੀ ਆਖਰੀ ਉਡਾਣ ਸੀ। ਜੇਕਰ ਉਹ ਜਹਾਜ਼ ਨੂੰ ਲੈਂਡ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਤਾਂ ਉਹਨਾਂ ਨੂੰ ਮੁੱਖ ਪਾਇਲਟ ਦਾ ਸਰਟੀਫਿਕੇਟ ਮਿਲ ਜਾਂਦਾ ਤੇ ਉਹਨਾਂ ਨੂੰ ਕਪਤਾਨ ਦੇ ਅਹੁਦੇ ਤੇ ਤਰੱਕੀ ਦਿੱਤੀ ਜਾਂਦੀ। ਅੰਜੂ ਦੇ ਪਤੀ ਦੀਪਕ ਪੋਖਲ ਦੀ ਵੀ ਹਵਾਈ ਹਾਦਸੇ ਦੇ ਵਿੱਚ ਮੌਤ ਹੋਈ ਸੀ। ਉਹ 16 ਸਾਲ ਪਹਿਲਾਂ ਯਤੀ ਏਅਰਲਾਈਨਸ ਦੇ ਜਹਾਜ਼ ਵਿੱਚ ਕੋ-ਪਾਇਲਟ ਵੀ ਸਨ। ਇਹ ਘਟਨਾ 21 ਜੂਨ 2006 ਦੀ ਹੈ। ਜਹਾਜ਼ ਸੁਰਖੇਤ ਦੇ ਰਸਤੇ ਨੇਪਾਲਗੰਜ ਜੋ ਜੁਮਲਾ ਜਾ ਰਿਹਾ ਸੀ। ਇਸ ਵਿੱਚ 6 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਨੇਪਾਲ ਵਿੱਚ ਸੂਤਰਾਂ ਨੇ ਦੱਸਿਆ ਕਿ ਅੰਜੂ ਦੇ ਨਾਲ ਫਲਾਈਟ ਵਿੱਚ ਸੀਨੀਅਰ ਪਾਇਲਟ ਅਤੇ ਟ੍ਰੇਨਰ ਕੈਪਟਨ ਕਮਲ ਕੇਸੀ ਵੀ ਸਨ। ਕਮਲ ਕੇਸੀ ਦੇ ਕੋਲ ਜਹਾਜ਼ ਉਡਾਉਣ ਦਾ 35 ਸਾਲ ਦਾ ਤਜਰਬਾ ਸੀ। ਉਹਨਾਂ ਨੇ ਕਈ ਪਾਇਲਟਸ ਨੂੰ ਟ੍ਰੇਨਿੰਗ ਦਿੱਤੀ ਸੀ। ਪਾਇਲਟਸ ਬਣਨ ਦੇ ਲਈ ਘੱਟੋ-ਘੱਟ 100 ਘੰਟੇ ਦਾ ਉਡਾਣ ਤਜਰਬਾ ਜ਼ਰੂਰੀ ਹੈ। ਕੋ-ਪਾਇਲਟ ਹੁੰਦਿਆਂ ਅੰਜੂ ਨੇ ਨੇਪਾਲ ਦੇ ਲਗਭਗ ਸਾਰੇ ਹਵਾਈ ਅੱਡਿਆਂ ਤੇ ਜਹਾਜ਼ ਨੂੰ ਲੈਂਡ ਕਰਵਾਇਆ ਸੀ। ਕੈਪਟਨ ਕਮਲ ਕੇਸੀ ਨੇ ਉਹਨਾਂ ਨੂੰ ਪੋਖਰਾ ਜਾਣ ਸਮੇਂ ਮੁੱਖ ਪਾਇਲਟ ਦੀ ਸੀਟ ਤੇ ਬਿਠਾਇਆ। ਇਸ ਹਾਦਸੇ ਦੇ 3 ਚਸ਼ਮਦੀਦ ਗਵਾਹ ਸਾਹਮਣੇ ਆਏ ਨੇ। ਉਹਨਾਂ ਦੇ ਵਿੱਚੋਂ ਇੱਕ ਨੇ ਦਾਅਵਾ ਕੀਤਾ ਕਿ ਜਹਾਜ਼ ਬੰਦੋਬਸਤ ਤੇ ਕ੍ਰੈਸ਼ ਹੋ ਸਕਦਾ ਸੀ, ਪਰ ਪਾਇਲਟ ਇਸ ਨੂੰ ਪਹਾੜਾਂ ਵੱਲ ਲੈ ਗਿਆ। ਵਿਕਾਸ ਬਸਿਆਲ ਸਭ ਤੋਂ ਪਹਿਲਾਂ ਹਾਦਸੇ ਵਾਲੀ ਥਾਂ ਤੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਮੈਂ ਸਵੇਰੇ ਘਰ ਦੇ ਬਾਹਰ ਧੁੱਪ 'ਚ ਬੈਠਾ ਸੀ। ਮੈਂ ਇੱਕ ਜਹਾਜ਼ ਨੂੰ ਅਜੀਬ ਢੰਗ ਨਾਲ ਉੱਡਦੇ ਦੇਖਿਆ। ਇਹ ਜ਼ਮੀਨ ਤੋਂ ਬਹੁਤ ਉੱਚਾ ਨਹੀਂ ਸੀ। ਫਿਰ ਇਹ ਤੇਜ਼ੀ ਦੇ ਨਾਲ ਹੇਠਾਂ ਨੂੰ ਝੁਕਿਆ। ਅਚਾਨਕ ਇੱਕ ਉੱਚੀ ਆਵਾਜ਼ ਆਈ ਅਤੇ ਜਹਾਜ਼ ਪਹਾੜਾਂ ਦੇ ਨਾਲ ਟਕਰਾ ਗਿਆ। ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਖਰਾਬ ਮੌਸਮ ਦੇ ਚਲਦਿਆਂ ਬੀਤੇ ਦਿਨੀ ਲਗਭਗ 5:20 ਤੇ ਇੱਕ ਕਾਰ ਦੇ ਨਹਿਰ ਵਿੱਚ ਡਿੱਗ ਜਾਣ ਦੇ ਨਾਲ ਮਾਰੇ ਗਏ 2 ਪੰਜਾਬੀ ਲੜਕੀਆਂ ਅਤੇ ਇੱਕ ਪੰਜਾਬੀ ਲੜਕੀ ਦੀ ਪਛਾਣ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਦੇ ਨਾਲ ਸੰਬੰਧਿਤ 2 ਸਖੇ ਭੈਣ ਭਰਾ ਬਲਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ, ਜਦੋਂ ਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਕਿ ਜਲੰਧਰ ਦੇ ਨਾਲ ਸੰਬੰਧਿਤ ਸੀ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਇਟਾਲੀਅਨ ਸੁਰੱਖਿਆ ਦਸਤਿਆਂ ਨੇ ਮੌਕੇ ਤੇ ਪਹੁੰਚ ਕੇ ਮੀਂਹ ਅਤੇ ਹਨੇਰੇ ਦੇ ਬਾਵਜੂਦ ਲਗਾਤਾਰ ਕੋਸ਼ਿਸ਼ ਕਰਦਿਆਂ ਕਰੇਨਾਂ ਦੀ ਮਦਦ ਦੇ ਨਾਲ ਪਾਣੀ ਵਿੱਚ ਡੁੱਬੀ ਕਾਰ ਨੂੰ ਤੁਰੰਤ ਬਾਹਰ ਕੱਢਿਆ, ਪਰ ਉਦੋਂ ਤੱਕ ਇਹ ਤਿੰਨੇ ਆਪਣੀ ਜਾਨ ਗਵਾ ਚੁੱਕੇ ਸੀ, ਜਦੋਂ ਕਿ ਕਾਰ ਵਿੱਚ ਸਵਾਰ ਚੌਥੇ ਨੌਜਵਾਨ ਨੂੰ ਗੰਭੀਰ ਹਾਲਤ ਦੇ ਵਿੱਚ ਇੱਥੋਂ ਦੇ ਨੇੜਲੇ ਸ਼ਹਿਰ 'ਚ ਸਨ ਬੋਨੀਫਾਚੋ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਚਾਰੇ ਨੌਜਵਾਨ ਵੈਰੋਨਾ ਨੇੜਲੇ ਸ਼ਹਿਰ ਦੇ ਰਹਿਣ ਵਾਲੇ ਸਨ। ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਲੰਡਨ ਵਿੱਚ ਬੀਤੇ ਦਿਨ ਇੱਕ ਚਰਚ ਨੇੜੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਦੇ ਵਿੱਚ 6 ਲੋਕ ਜ਼ਖਮੀ ਹੋਏ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮੈਟਰੋਪੋਲੀਟਨ ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਅਸੀਂ ਹੁਣ ਪੁਸ਼ਟੀ ਕੀਤੀ ਹੈ ਕਿ ਫਿਨਿਕਸ ਰੋਡ NW1 ਦੁਪਹਿਰ ਤੋਂ ਪਹਿਲਾਂ ਹੋਈ ਗੋਲੀਬਾਰੀ ਵਿੱਚ 6 ਲੋਕ ਜ਼ਖਮੀ ਹੋਏ। ਉਹਨਾਂ ਵਿੱਚ ਇੱਕ 7 ਸਾਲ ਦੀ ਬੱਚੀ ਵੀ ਹੈ ਜੋ ਹਸਪਤਾਲ ਦੇ ਵਿੱਚ ਗੰਭੀਰ ਹਾਲਤ 'ਚ ਹੈ। ਸ਼ਨੀਵਾਰ ਨੂੰ ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਇੱਕ 7 ਸਾਲ ਦਾ ਬੱਚਾ ਤੇ 3 ਔਰਤਾਂ ਜੋ ਕ੍ਰਮਵਾਰ 48, 54 ਤੇ 41 ਸਾਲ ਦੀਆਂ ਨੇ ਇੱਕ ਚਰਚ ਦੇ ਬਾਹਰ ਹੋਈ
ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਗਏ। ਉਸ ਸਮੇਂ ਉੱਥੇ ਇੱਕ ਅੰਤਮ ਸੰਸਕਾਰ ਹੋ ਰਿਹਾ ਸੀ। ਮੁੱਢਲੀ ਪੁਲਿਸ ਜਾਂਚ ਦੇ ਅਨੁਸਾਰ ਚਰਚ ਨੇੜੇ ਚੱਲਦੇ ਵਾਹਨ ਤੋਂ ਗੋਲੀਆਂ ਚਲਾਈਆਂ ਗਈਆਂ, ਜੋ ਘਟਨਾ ਸਥਾਨ ਤੋਂ ਦੂਰ ਚਲਾਈਆਂ ਗਈਆਂ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਜਾਂਚ ਜਾਰੀ ਹੈ। चीन ने पहली बार पाकिस्तान समर्थित अतवाद खिलाफ ठोस कदम चुके ने। संयुक्त राष्ट्र ने लश्कर तोयबा के उप अमीर अब्दुल रहमान मक्की नूं कौमांतरी अतवादी ऐलान दिता। ਹੁਣ तक चाइना इस प्रस्ताव ते रोक लगा रहा सी। मक्की पाकिस्तानी नागरिक है ते लश्कर नेता हाफिज साइद दा रिश्तेदार भी है। पिछले साल जून दे विच भी भारत ते अमेरिका ने पाकिस्तानी लश्कर के चोटी दे अतवादी नूं ग्लोबल अतवादी ऐलान करन दा सांझा प्रस्ताव रखिया सी, जिसनूं चीन ने रोक दिता सी। अमेरिका ने मक्की नूं अतवादी ऐलान दिता। 75 साला मक्की लश्कर तोयबा दे विच कई अहम भूमिका निभा रहा। भारत ते अमरीका दोवां ने अपने अपने देशों के कानूनों के तहत मक्की नूं अतवादी ऐलानिया होया है। बंदूकों के दम ते अफगानिस्तान ते कब्जा करने वाले तालिबान एक बार फिर सुर्खियां च ने। हुण तालिबान ने देश में एक कार लॉन्च की है जो पूरी तरह स्वदेशी ढंग के नाल बनाई गई है। खास गल यह है कि यह केवल एक आम कार नहीं है, सगों एक सुपर कार है। तालिबान ने इसका नाम रखा है। हुण इस कार की दुनिया च काफ़ी चर्चा हो रही है। सुपर कार अजे भी प्रोटोटाइप पड़ाव विच है। अफगानिस्तान के 30 इंजीनियर्स की टीम ने इस कार नूं बनाया। इसनूं बनाउण दे विच पूरे 5 साल लगे ने। इसनूं बनाउण च करीब 50,000 अमरीकी डॉलर यानी कि करीब 40 लाख रुपए भारत के खर्च हुए ने। तालिबान के उच्च सिक्ख्या मंत्री अब्दुल वाकी हकानी ने सुपर कार का उद्घाटन किया। इस कार नूं बहुत ही नामी कंपनी ने बनाया है। अफगानिस्तान विच बनी इस सुपर कार का टोयोटा करोला का इंजन लगाया गया, पर कार के लिए इंजन विच बदलाव भी किया गया। अफगानिस्तान के ठोलो न्यूज़ के मुताबिक इंजन नूं इस तरह के नाल मॉडिफाई किया गया है कि इसनूं तेज़ रफ्तार नाल सुचारू ढंग नाल चलाया जा सके। इस कार नूं विकसित करने वाली कंपनी की भविख विच कार च इलैक्ट्रिक पावर ट्रेन लगाउण दी योजना भी है और इस कार की लगातार हर पासे हुण चर्चा हो रही है। पंजाब दे विच राहुल गांधी की भारत जोड़ो यात्रा की 6वें दिन हुशियारपुर विखे सुरक्षा च कोताही के मामले सामने आए। पहला एक नौजवान दौड़दा आया और राहुल गांधी नूं जफ्फी पा लई। ये देख के राहुल गांधी ने अपने नाल चल रहे पंजाब प्रधान राजा वड़िंग की मदद दे नाल उसनूं धक्का दे के भजा दिता। दूजी बार पिंड बसी च टी ब्रेक च जाते समय राहुल गांधी के सुरक्षा घेरे च एक नौजवान सिर ते केसरी परना बरने हुए सुरक्षा घेरे च आ गया। वो राहुल गांधी के बहुत नेड़े आ गया, पर सुरक्षा कर्मियों ने उसनूं फड़ के एक पासे धक दिता ते अपने नाल लै गए। हुशियारपुर च पहले दिन राहुल गांधी ने सीएम भगवंत मान नूं नसीहत दी। राहुल ने कहा कि वह दिल्ली के दबाव च ना आउण, अरविंद केजरीवाल का रिमोट कंट्रोल ना बने। पंजाब के मुख्यमंत्री भगवंत मान ने जवाब देने के लिए कोई समा ही नहीं लाया। उन्होंने कैप्टन अमरिंदर सिंह नूं सीएम की कुर्सी तो हटा के चन्नी नूं सीएम बनाउण नूं लैके राहुल गांधी नूं जोरदार जवाब दिता। भगवंत मान ने कहा कि राहुल जी, पंजाब दे विच तुसीं उल्टा सीधा ना ही मैनूं बोलो तां ही चंगा है। मैनूं सीएम पंजाब की जनता ने बनाया अते चन्नी जी नूं राहुल गांधी ने। आपने 2 मिनट दे विच चुने हुए सीएम कैप्टन साहिब नूं दिल्ली तो बेइज्जत करके हटा दिता सी। यात्रा दे विच पंजाब दे प्रधान नूं धक्के पै रहे ने, आप बोलदे चंगे नहीं लग रहे। कतल ਅਤੇ बलात्कार के मामले ਦੇ ਵਿੱਚ ਦੋਸ਼ੀ करार दिता गया डेरा सच्चा सौदा मुखी राम रहीम एक बार फिर जेल तो बाहर आ सकता है। रोहतक की सुनियारी जेल में सज़ा कट रहा डेरा सच्चा सौदा मुखी गुरमीत राम रहीम एक बार फिर पैरोल के लिए अर्जी दे चुके है। डेरा मुखी ने 25 जनवरी को भंडारा ते सत्संग के लिए जेल प्रशासन को अर्जी भेज के सिरसा आउण की आग्या मंगी है। हरियाणा सरकार और प्रशासन सुरक्षा पक्ष तो विचार कर रहे हैं। दरअसल डेरा सच्चा सौदा के दूजे संत शाह सतनाम महाराज के जन्मदिन 25 जनवरी को डेरे च भंडारा ते सत्संग करवाया जाएगा। डेरा मुखी गुरमीत राम रहीम एक बार फिर इस समागम के हिस्सा लैण के लिए जेल तो बाहर आ सकता है। हालांकि जेकर राम रहीम सिरसा आ जाता है तो सरकार के लिए वड्डा खतरा पैदा होएगा, इसलिए इस मुद्दे को काफ़ी गहराई के नाल विचारिया जा रहा। सूत्रों के अनुसार ऑर्डर की फाइल सिरसा के डीसी कोल पहुंच गई है। अजे तक इत्थे समीक्षा होनी बाकी है। ये सन हुण तक दी खबरां। मैनूं वरुण कौर मान नूं दिओ आग्या। होर खबरां दे लई साडा यूट्यूब चैनल पंजाब मेल US TV जरूर सबसक्राइब करो। शुक्रिया। सत श्री अकाल।